ਦੋਸਤੋ, ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਚਾਈਨਾ ਪਹੁੰਚ ਗਏ ਨੇ ਔਰ ਚਾਈਨਾ ਦੇ ਵਿੱਚ ਅੱਜ ਉਹਨਾਂ ਦਾ ਬੜਾ ਮਸਰੂਫ ਦਿਨ ਸੀ। ਪਹਿਲਾ ਉਹਨਾਂ ਬਹੁਤ ਸਾਰੀ ਚੀਨੀ ਕੰਪਨੀਜ਼ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ, ਹਕੂਮਤੀ ਜਿਹੜੇ ਕੁਝ ਲੋਕ ਸਨ ਉਹਨਾਂ ਨਾਲ ਵੀ ਮਿਲੇ ਔਰ ਉਹਨਾਂ ਨੇ ਬਰੀਫ ਕੀਤਾ ਕਿ ਪਾਕਿਸਤਾਨ ਕੀ ਕਰ ਰਿਹਾ ਵੇ ਔਰ ਜਿਹੜੀ ਇਨਵੈਸਟਮੈਂਟ ਦੀ ਉੱਥੇ ਫਿਜ਼ਾ ਹੈ ਉਹਨੂੰ ਕਿਸ ਤਰ੍ਹਾਂ ਬਿਹਤਰ ਕੀਤਾ ਜਾ ਰਿਹਾ। ਸਿਕਿਉਰਿਟੀ ਦੇ ਜਿਹੜੇ ਖਦਸ਼ਾਤ ਨੇ ਉਹਦੇ ਹਵਾਲੇ ਨਾਲ ਵੀ ਵਜ਼ੀਰ ਆਜ਼ਮ ਨੇ ਗੱਲ ਕੀਤੀ, ਲੇਕਿਨ ਇਹ ਗੱਲ ਨਾਲ ਜ਼ਰੂਰ ਕਰਨ ਵਾਲੀ ਕਿ ਉੱਥੇ ਪਾਕਿਸਤਾਨ ਨੂੰ ਮੁਤਵੱਕੇ ਤੌਰ 'ਤੇ ਮੁਤਾਲਬਾ ਕੀ ਕੀਤਾ ਜਾ ਰਿਹਾ। ਇਹ ਮੁਤਾਲਬਾ ਸਿਰਫ ਇੱਥੇ ਨਹੀਂ ਹੋਏਗਾ ਕਿ ਵਜ਼ੀਰ ਆਜ਼ਮ ਉੱਥੇ ਗਏ ਨੇ ਅਤੇ ਨਵੀਂ ਕੋਈ ਗੱਲ ਉਹਨਾਂ ਦੇ ਸਾਹਮਣੇ ਕੀਤੀ। ਚੀਨ ਵੱਲੋਂ ਮੁਸਲਸਲ ਪਿਛਲੇ ਕਈ ਸਾਲਾਂ ਤੋਂ ਇੱਕ ਮੈਸੇਜ ਆ ਰਿਹਾ ਔਰ ਉਹ ਪਹਿਲਾ ਜਿਹੜਾ ਮੈਸੇਜ ਸਾਨੂੰ ਬੜਾ ਲਾਊਡ ਨਜ਼ਰ ਆਇਆ ਸੀ ਉਹ 2007 ਦੇ ਵਿੱਚ ਆਇਆ ਸੀ, ਜਦੋਂ ਲਾਲ ਮਸਜਿਦ ਦੀ ਕੁਝ ਤਾਲਬਾਤ ਨੇ ਚੀਨੀ ਕੁਝ ਖਵਾਤੀਨ ਸਨ ਉਹਨਾਂ ਨੂੰ ਉੱਥੇ ਯਰਗਮਾਲ ਬਣਾ ਲਿਆ ਸੀ ਔਰ ਉਹਦੇ ਉੱਤੇ ਚੀਨ ਦੇ ਸਦਰ ਦਾ ਫੋਨ ਆਇਆ ਜਨਰਲ ਪਰਵੇਜ਼ ਮੁਸ਼ਰਫ ਨੂੰ ਔਰ ਉਸ ਫੋਨ ਦੇ ਉੱਤੇ ਕਿਹਾ ਜਾਂਦਾ ਵੇ ਕਿ ਫਿਰ ਇਹਨਾਂ ਨੇ ਕਾਰਵਾਈ ਕੀਤੀ ਔਰ ਉਹ ਕਾਰਵਾਈ ਫਿਰ ਖਿੱਲਰ ਗਈ ਅੱਗੇ ਔਰ ਉਹ ਫਿਰ ਲਾਲ ਮਸਜਿਦ ਆਪਰੇਸ਼ਨ ਦੀ ਸ਼ਕਲ ਇਖਤਿਆਰ ਕਰ ਗਈ। ਇਸੇ ਤਰ੍ਹਾਂ ਚੀਨ ਜਿਹੜਾ ਹੈ ਉਹਨੇ ਵਕਤਨ ਫਵਕਤਨ ਜਿਹੜੇ ਹਮਲੇ ਹੁੰਦੇ ਰਹੇ ਨੇ ਚੀਨੀ ਬਸ਼ਿੰਦਿਆਂ ਦੇ ਉੱਤੇ, ਉਹਦੇ ਉੱਤੇ ਵੀ ਕੰਸਰਨ ਜ਼ਾਹਿਰ ਕੀਤੇ ਨੇ ਔਰ ਇਸ ਮਾਰਚ ਦੇ ਵਿੱਚ ਜਦੋਂ ਖੈਬਰ ਪਖਤੂਨਖਵਾ ਦੇ ਜ਼ਿਲ੍ਹਾ ਕੋਹਸਤਾਨ ਦੇ ਵਿੱਚ ਦਾਸੋ ਹਾਈਡਰੋ ਜਿਹੜਾ ਪਾਵਰ ਪ੍ਰੋਜੈਕਟ ਹੈ ਉੱਥੇ ਜਦੋਂ ਹਮਲਾ ਹੋਇਆ ਚੀਨੀ ਸ਼ਹਿਰੀਆਂ ਦਾ ਜਿਹੜਾ ਕਾਰਵਾਨ ਸੀ ਉਹਦੇ ਵਿੱਚ ਉਹ ਮਾਰੇ ਗਏ ਚੀਨੀ ਸ਼ਹਿਰੀ, ਅਤੇ ਫਿਰ ਚੀਨ ਨੇ ਇਹਦੇ 'ਤੇ ਬੜਾ ਸਖਤ ਇੱਕ ਰੱਦ ਅਮਲ ਦਿੱਤਾ ਔਰ ਉਸ ਪੂਰੇ ਮਾਮਲੇ ਨੂੰ ਮੈਨੇਜ ਕਰਦੇ ਹੋਏ ਪਾਕਿਸਤਾਨ ਦੀ ਪੂਰੀ ਇਸਟੈਬਲਿਸ਼ਮੈਂਟ ਜਿਹੜੀ ਸੀ ਹਕੂਮਤ ਸੀ ਉਹਨੂੰ ਖਾਸੀ ਮਿਹਨਤ ਕਰਨੀ ਪਈ। ਅਤੇ ਚੀਨ ਮੁਤਾਲਬਾ ਇਹ ਕਰ ਰਿਹਾ ਵੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਜਾਂ ਦੂਸਰੇ ਦਹਿਸ਼ਤਗਰਦ ਗਰੋਹ ਮੁਲਵਸ ਨੇ ਔਰ ਮੁਤਹਰਕ ਹੈਗੇ ਨੇ ਉਹਨਾਂ ਦੇ ਖਿਲਾਫ ਆਪਰੇਸ਼ਨ ਕੀਤਾ ਜਾਵੇ। ਬਲਕਿ ਦੱਸਣ ਵਾਲੇ ਤਾਂ ਸਿਕਿਉਰਿਟੀ ਮਾਹਿਰੀਨ ਕੁਝ ਐਸਾ ਵੀ ਗੱਲ ਕਰਨ ਰਹੇ ਨੇ ਕਿ ਚੀਨ ਇਹ ਕਹਿੰਦਾ ਵੇ ਕਿ ਤੁਸੀਂ ਅਫਗਾਨਿਸਤਾਨ ਦੇ ਵਿੱਚ ਅਗਰ ਇਹ ਛੁਪੇ ਨੇ ਲੋਕ ਤਾਂ ਉੱਥੇ ਵੀ ਕਾਰਵਾਈ ਕਰੋ। ਇਹਦੇ ਉੱਤੇ ਪਾਕਿਸਤਾਨ ਦੇ ਜਿਹੜੇ ਮੁਬਸਰੀਨ ਨੇ ਉਹਨਾਂ ਦਾ ਖਿਆਲ ਹੈ ਕਿ ਇਹ ਪਾਕਿਸਤਾਨ ਵਾਸਤੇ ਆਸਾਨ ਨਹੀਂ ਹੈਗਾ ਦੂਸਰੇ ਮੁਲਕ ਦੇ ਵਿੱਚ ਜਾ ਕੇ ਕਾਰਵਾਈ ਮੁਸਲਸਲ ਕਰਨੀ ਔਰ ਆਪਰੇਸ਼ਨ ਕਰਨਾ। ਪਾਕ ਅਫਗਾਨ ਤਲਕਾਤ ਵੀ ਨੇ, ਫਿਰ ਪਾਕਿਸਤਾਨ ਦੇ ਜਿਹੜੇ ਟਰਾਈਬਲ ਏਰੀਆਜ਼ ਹੈਗੇ ਨੇ ਉਹਨਾਂ ਦੀ ਵੀ ਸੂਰਤ ਹਾਲ ਹੈਗੀ, ਉੱਥੇ ਕੁਝ ਨਜ਼ਾਕਤਾਂ ਨੇ ਉਹਨਾਂ ਨੂੰ ਵੀ ਪੇਸ਼ ਨਜ਼ਰ ਰੱਖਣਾ ਪੈਂਦਾ ਵੇ ਔਰ ਇਹਦੇ ਨਾਲ ਨਾਲ ਇਹ ਵੀ ਹੈ ਕਿ ਇਹ ਆਪਰੇਸ਼ਨ ਅਗਰ ਹੁੰਦਾ ਵੇ ਤਾਂ ਕਿੰਨੀ ਦੇਰ ਹੋਵੇਗਾ ਔਰ ਇਹਦੇ ਅਖਰਾਜਾਤ ਕਿਵੇਂ ਹੋਣਗੇ, ਇਹਦੇ ਅੱਗੇ ਜਿਹੜੇ ਇਫੈਕਟ ਹੋਣਗੇ ਉਹਨਾਂ ਨੂੰ ਕੰਟਰੋਲ ਕਿਵੇਂ ਕੀਤਾ ਜਾਏਗਾ, ਜਿਹਨੂੰ ਡੈਮੇਜ ਕੰਟਰੋਲ ਕਹਿੰਦੇ ਨੇ। ਅਤੇ ਇਹ ਚੀਜ਼ ਇੱਕ ਨਹੀਂ ਹੈਗੀ, ਇਹ ਇੱਕ ਗੱਲ ਦੇ ਨਾਲ ਬਹੁਤ ਸਾਰੇ ਸਿਲਸਿਲੇ ਹੈਗੇ ਨੇ ਔਰ ਅਗਰ ਇਹ ਆਪਰੇਸ਼ਨ ਪਾਕਿਸਤਾਨ ਕਰਦਾ ਤਾਂ ਇਹਦਾ ਇਹ ਅਸਰਾਤ ਜਿਹੜੇ ਨੇ ਉਹ ਬਹੁਤ ਖਿਲਰ ਸਕਦੇ ਨੇ। ਪਾਕਿਸਤਾਨ ਦੇ ਲੋਕਾਂ ਦਾ, ਪਾਕਿਸਤਾਨ ਦੇ ਫੈਸਲਾ ਸਾਜ਼ਾਂ ਦਾ ਇਹ ਖਿਆਲ ਹੈਗਾ। ਅਤੇ ਚੀਨ ਜਨਾਬ ਇਹਨੇ ਇੱਕ ਗੱਲ ਇਹ ਵੀ ਦੋਸਤ ਦੱਸ ਰਹੇ ਨੇ ਕਿ ਜੇ 2014 ਦੇ ਵਿੱਚ ਜਦੋਂ ਪਾਕਿਸਤਾਨ ਨੇ ਸ਼ਮਾਲੀ ਵਜ਼ੀਰਿਸਤਾਨ ਦੇ ਵਿੱਚ ਆਪਰੇਸ਼ਨ ਜ਼ਰਬ-ਏ-ਅਜ਼ਬ ਕੀਤਾ ਸੀ ਅਤੇ ਉਹਦੇ ਉੱਤੇ ਵੀ ਜਿਹੜਾ ਬੁਨਿਆਦੀ ਤੌਰ 'ਤੇ ਮੁਤਾਲਬਾ ਸੀ ਉਹ ਚੀਨ ਦਾ ਸੀ ਅਤੇ ਚੀਨ ਨੇ ਹੀ ਹਮਾਇਤ ਕੀਤੀ ਸੀ ਕਿ ਜਨਾਬ ਇਹ ਖਤਮ ਹੋਣਾ ਚਾਹੀਦਾ। ਫਿਰ ਇਹ ਵੀ ਗੱਲ ਹੈ ਕਿ ਪਾਕਿਸਤਾਨ ਨੇ ਇਸ ਤੋਂ ਪਹਿਲੇ ਵੀ ਕਈ ਦਫਾ ਚੀਨ ਦੀ ਗੱਲ ਮੰਨੀ। ਮਤਲਬ ਪਾਕਿਸਤਾਨ ਨੇ ਕਿਹਾ ਜਦੋਂ FATF ਦੇ ਵਿੱਚ ਪਾਕਿਸਤਾਨ ਗਿਆ ਔਰ ਪਾਕਿਸਤਾਨ ਦੇ ਉੱਤੇ ਪਾਬੰਦੀਆਂ ਲੱਗੀਆਂ ਅਤੇ ਚੀਨ ਨੇ ਉਹਨਾਂ ਪਾਬੰਦੀਆਂ ਦੀ ਤਾਂ ਮੁਖਾਲਫਤ ਕੀਤੀ ਔਰ ਉਹਨੇ ਇੱਕ ਮਾਲੀਆਤੀ ਨਿਗਰਾਨ ਦੇ ਤੌਰ 'ਤੇ ਵੀ ਆਪਣਾ ਰੋਲ ਜਿਹੜਾ ਸੀ ਉਹ ਕਬੂਲ ਕੀਤਾ, ਲੇਕਿਨ ਉਹਨੇ ਪਾਕਿਸਤਾਨ ਨੂੰ ਇਹ ਜ਼ਰੂਰ ਕਿਹਾ ਕਿ ਇਹ ਜਿਹੜੀਆਂ ਚੀਜ਼ਾਂ ਇੱਥੇ ਹੋ ਰਹੀਆਂ ਨੇ ਦਹਿਸ਼ਤਗਰਦੀ ਦੇ ਹਵਾਲੇ ਨਾਲ ਇਹਨਾਂ ਨੂੰ ਖ਼ਤਮ ਕੀਤਾ ਜਾਵੇ। ਪਾਕਿਸਤਾਨ ਦੀ ਹਕੂਮਤ ਆਪਣੀ ਸਿਕਿਉਰਿਟੀ ਮੈਨੇਜਮੈਂਟ ਬਿਹਤਰ ਕਰੇ ਔਰ ਮਾਲੀਆਤੀ ਮੈਨੇਜਮੈਂਟ ਬਿਹਤਰ ਕਰੇ ਔਰ ਜਿਹੜੇ ਕੁਆਟਰਸ ਦੇ ਉੱਤੋਂ ਦਹਿਸ਼ਤਗਰਦ ਗਰੁੱਪਾਂ ਨੂੰ ਕੋਈ ਸਪੋਰਟ ਮਿਲ ਰਹੀ ਹੈ ਉਹਨਾਂ ਨੂੰ ਖ਼ਤਮ ਕੀਤਾ ਜਾਵੇ। ਅਤੇ ਇਹ ਸਖਤ ਰੋਲ ਜਿਹੜਾ ਇਹ ਚੀਨ ਨੇ ਅਦਾ ਕੀਤਾ ਅਤੇ ਉਹਦੇ ਵਿੱਚ ਉਹਨੇ ਇਹ ਨਰਮੀ ਦਾ ਕੋਈ ਮੁਜ਼ਾਹਰਾ ਨਹੀਂ ਕੀਤਾ ਸੀ। ਅਤੇ ਚੀਨ ਦੀ ਕਮਿਟਮੈਂਟ ਹੈ ਅਸਲ 'ਚ ਜਿੱਥੇ ਇਨਵੈਸਟਮੈਂਟ ਕਰ ਰਿਹਾ ਇੱਕ ਮੁਲਕ ਉਹ ਚਾਹੁੰਦਾ ਹੈ ਕਿ ਉੱਥੇ ਮਾਹੌਲ ਜਿਹੜਾ ਪੁਰਅਮਨ ਹੋਵੇ ਔਰ ਸਰਮਾਇਆ ਦੋਸਤ ਮਾਹੌਲ ਹੋਵੇ। ਔਰ ਹੁਣ ਅਗਰ ਅਸੀਂ ਇਹ ਉਹਦੀ ਗੱਲ ਮੰਨੀਏ ਕਿ ਜਿਵੇਂ ਇਤਲਾਤ ਆ ਰਹੀਆਂ ਨੇ ਕਿ ਚੀਨ ਕਹਿੰਦਾ ਤੁਸੀਂ ਆਪਰੇਸ਼ਨ ਕਰੋ, ਅਤੇ ਆਪਰੇਸ਼ਨ ਕਰਨ ਦੇ ਵਿੱਚ ਇਹ ਜਿਹੜਾ ਸਾਨੂੰ ਯਾਦ ਰੱਖਣਾ ਪਏਗਾ ਕਿ ਆਲਰੇਡੀ ਬਲੋਚਿਸਤਾਨ ਦੇ ਏਰੀਆਜ਼ ਜਿਹੜੇ ਹੈਗੇ ਨੇ ਉੱਥੇ ਮਸਾਇਲ ਨੇ ਪਾਕਿਸਤਾਨ ਵਾਸਤੇ। ਪਾਕਿਸਤਾਨ ਦੇ ਇਦਾਰੇ ਜਿਹੜੇ ਨੇ ਉਹ ਉੱਥੇ ਅੰਗੇਜ਼ ਨੇ ਬਲੋਚਿਸਤਾਨ ਦੇ ਵਿੱਚ। ਫਿਰ
ਵਕਤਨ ਫੁਕਤਨ ਛੋਟੀ ਸਤ੍ਹਾ ਦੇ ਉੱਤੇ ਆਪਰੇਸ਼ਨ ਜਿਹੜੇ ਨੇ ਉਹ ਹੋ ਰਹੇ ਨੇ, ਔਰ ਉਹਦੇ ਵਿੱਚ ਆਏ ਦਿਨ ਅਸੀਂ ਵੇਖਦੇ ਹਾਂ ਕਿ ਸਿਕਿਉਰਿਟੀ ਦੇ ਜਿਹੜੇ ਫੋਰਸਿਸ ਦੇ ਜਿਹੜੇ ਜਵਾਨ ਨੇ ਉਹ ਸ਼ਹੀਦ ਹੋ ਰਹੇ ਨੇ ਬੜੀ ਤਾਦਾਦ 'ਚ। ਅਗਰਚੇ ਉਸ ਤੋਂ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਜਿਹੜੇ ਦਹਿਸ਼ਤਗਰਦ ਨੇ ਔਰ ਅਮਨ ਦੁਸ਼ਮਣ ਅਨਾਸਰ ਨੇ ਉਹ ਮਾਰੇ ਜਾ ਰਹੇ ਨੇ। ਲੇਕਿਨ ਬਹਰਹਾਲ ਇਹ ਅੰਗੇਜਮੈਂਟ ਹੈਗੀ ਔਰ ਸਿਕਿਉਰਿਟੀ ਇਦਾਰਿਆਂ ਦੀ ਸਤ੍ਹਾ ਦੇ ਉੱਤੇ। ਅਤੇ ਇਹ ਜਿਹੜੀਆਂ ਕਾਰਵਾਈਆਂ ਨੇ ਇਹ ਖਿੱਤੇ ਦੇ ਵਿੱਚ ਇਹ ਇੱਕ ਟੈਨਸ਼ਨ ਨੂੰ ਜਨਮ ਦੇ ਸਕਦੀਆਂ ਨੇ ਅਗਰ ਇਹਦਾ ਦਾਇਰਾ ਵਸੀ ਕੀਤਾ ਜਾਵੇ। ਅਤੇ ਪਾਕਿਸਤਾਨ ਇਹੀ ਚਾਹੁੰਦਾ ਹੈ ਕਿ ਇਹਨੂੰ ਕੰਟਰੋਲ ਰੱਖ ਕੇ ਅਤੇ ਫਿਰ ਅੱਗੇ ਵਧਿਆ ਜਾਵੇ। ਯਾਨੀ ਜਿਹੜੇ ਜਗ੍ਹਾ ਦੇ ਉੱਤੇ ਤੁਹਾਨੂੰ ਥ੍ਰੈਟ ਅਲਰਟ ਮਿਲਦੇ ਨੇ ਤੁਸੀਂ ਉੱਥੇ ਕਾਰਵਾਈ ਕਰਦੇ ਨੇ, ਲੇਕਿਨ ਉਸ ਤੋਂ ਜ਼ਿਆਦਾ ਅੱਗੇ ਜਾ ਕੇ ਨਹੀਂ ਕਰਦੇ ਕਾਰਵਾਈ। ਚੀਨ ਦਾ ਇਹ ਖਿਆਲ ਹੈ ਕਿ ਇਹਦੇ ਨਾਲ ਇਹ ਹੁੰਦਾ ਕਿ ਤੁਸੀਂ ਫੌਰੀ ਖਤਰੇ ਨਾਲ ਤਾਂ ਨਿਬੜ ਲੈਂਦੇ ਜੇ, ਲੇਕਿਨ ਜਿਹੜਾ ਖਤਰਾ ਪਿੱਛੇ ਲੁਕਿਆ ਬੈਠਾ ਹੈ ਉਹ ਤੁਹਾਡੇ ਕੋਲ ਬਚ ਜਾਂਦਾ ਹੈ। ਅਤੇ ਚੀਨ ਚਾਹੁੰਦਾ ਕਿ ਉਹਦੇ ਨਾਲ ਵੀ ਨਿਬੜਿਆ ਜਾਵੇ। ਅਤੇ ਪਾਕਿਸਤਾਨੀ ਕਿਆਦਤ ਜਿਹੜੀ ਉਹ ਸਮਝਦੀ ਪਈ ਕਿ ਮਾਹੌਲ ਜਿਹੜਾ ਮਹਿਫੂਜ਼ ਮਾਹੌਲ ਹੈ ਸਰਮਾਇਆਕਾਰੀ ਦਾ ਉਹ ਜ਼ਰੂਰੀ ਹੈ, ਲੇਕਿਨ ਉਹ ਦੋਸਤ ਮੁਲਕਾਂ ਦੇ ਜੇ ਮੁਤਾਲਬਾਤ ਨੇ ਉਹਨਾਂ ਨਾਲ ਹਾਲੇ ਤੱਕ ਹਮ ਆਹੰਗ ਨਹੀਂ ਹੋ ਪਾ ਰਹੀ, ਉਹਨਾਂ ਨਾਲ ਜੁੜ ਨਹੀਂ ਪਾ ਰਹੀ ਕਿ ਉਹ ਮੁਤਾਲਬਾਤ ਕੀ ਕਰ ਰਹੇ ਨੇ। ਔਰ ਇਹਦੇ ਵਿੱਚ ਸਿਰਫ ਚੀਨ ਦੀ ਗੱਲ ਨਹੀਂ ਹੈਗੀ, ਸਾਡੇ ਦੋਸਤ ਮੁਲਕ ਬ੍ਰਦਰ ਮੁਲਕ ਜਿਹੜੇ ਨੇ ਸਾਊਦੀ ਅਰਬ, ਕਤਰ, ਕੁਵੈਤ, UAE ਉਹਨਾਂ ਵੱਲੋਂ ਵੀ ਕੁਝ ਲਗਭਗ ਇੰਜ ਦੀਆਂ ਹੀ ਗੱਲਾਂ ਆਈਆਂ ਨੇ। ਅਤੇ ਹੁਣ ਵਜ਼ੀਰ ਆਜ਼ਮ ਜਿਹੜੇ ਚੀਨ ਗਏ ਨੇ ਅਤੇ ਮੇਰਾ ਖਿਆਲ ਹੈ ਆਪਣਾ ਔਰ ਜਿਹੜੇ ਦੋਸਤਾਂ ਨਾਲ ਮੇਰੀ ਗੱਲ ਹੋਈ ਉਹਨਾਂ ਦੀ ਵੀ ਰਾਏ ਨੂੰ ਮੈਂ ਇਹਤਰਾਮ ਦਿੰਦਾ, ਉਹ ਵੀ ਇਸੇ ਤਰ੍ਹਾਂ ਦੇ ਖਿਆਲਾਤ ਦਾ ਇਜ਼ਹਾਰ ਕਰਨ ਡਏ ਨੇ ਕਿ ਇੱਥੇ ਬਾਕੀ ਚੀਜ਼ਾਂ ਤਾਂ ਸਹੀ ਨੇ ਕਿ ਚੀਨ ਤੋਂ ਸਾਨੂੰ ਇਨਵੈਸਟਮੈਂਟ ਵੀ ਮਿਲ ਸਕਦੀ ਹੈ, ਨਵੇਂ ਪ੍ਰੋਜੈਕਟ ਮਿਲ ਜਾਣਗੇ, ਉਹ ਬਹੁਤ ਸਾਰੇ ਮਾਮਲਾ 'ਚ ਸਾਡੀ ਮਦਦ ਵੀ ਕਰਨਗੇ। ਲੇਕਿਨ 2-3 ਵੱਡੀਆਂ ਚੀਜ਼ਾਂ ਨੇ। ਇੱਕ ਤਾਂ ਇਹ ਕਿ ਸਾਨੂੰ ਆਪਣੀ ਗਵਰਨੈਂਸ ਠੀਕ ਕਰਨੀ ਪਏਗੀ, ਕਰਪਸ਼ਨ ਦੇ ਖਿਲਾਫ ਸਾਨੂੰ ਕੁਝ ਨਾ ਕੁਝ ਹਕਮਤ ਅਮਲੀ ਅਪਣਾਉਣੀ ਪਏਗੀ। ਚੀਨ ਇਹ ਕਹਿ ਚੁੱਕਿਆ ਵੀ ਹੈ ਪਰਸੋਂ ਚੌਥ ਕਿ ਉਹਨਾਂ ਨੇ ਕਿਹਾ ਕਿ ਜਨਾਬ ਜਿਹੜੇ ਤੁਹਾਡੇ ਇੱਥੇ ਕਰਪਸ਼ਨ ਹੈ ਇਹਨੂੰ ਖ਼ਤਮ ਕਰੋ, ਔਰ ਉਸਦੇ ਇੱਕ ਦੇ ਦਿਨ ਪਹਿਲੇ ਹੀ IMF ਵੀ ਕਹਿ ਚੁੱਕਿਆ। IMF ਨੇ ਇਹ ਕਿਹਾ ਕਿ ਜਿਵੇਂ ਤੁਸੀਂ ਅਰਕਾਨ ਪਾਰਲੀਮੈਂਟ ਦੇ ਕੋਲੋਂ ਅਸਾਸੇ ਡਿਕਲੇਅਰ ਕਰਵਾਉਂਦੇ ਜੇ, ਇੰਜ ਅਫਸਰਸ਼ਾਹੀ ਜਿਹੜੇ ਬਿਊਰੋਕਰੇਟ ਨੇ ਇਹਨਾਂ ਕੋਲ ਵੀ ਅਸਾਸੇ ਡਿਕਲੇਅਰ ਕਰਾਓ। ਔਰ ਜ਼ਾਹਿਰ ਹੈ IMF ਉਹਦਾ ਰਿਕਾਰਡ ਮੰਗੇਗਾ ਅਤੇ ਕੱਲ੍ਹ ਨੂੰ ਇਹਦੇ ਵਿੱਚ ਕੀ ਇਜ਼ਾਫਾ ਹੁੰਦਾ, ਕੀ ਕਮੀ ਹੁੰਦੀ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਜਦੋਂ ਅਸੀਂ ਜਾਂ ਸਾਡੇ ਇਦਾਰੇ ਉਹ ਕੰਮ ਨਹੀਂ ਕਰਨਗੇ ਇਹਤਸਾਬ ਦਾ, ਜਵਾਬਦੇਹੀ ਦਾ, ਖੁਦ ਇਹਤਸਾਬੀ ਦਾ, ਅਤੇ ਫਿਰ ਇੰਝ ਹੀ ਹੋਵੇਗਾ ਕਿ ਉਹ ਇਹਤਸਾਬ ਦਾ ਅਮਲ ਜਾਂ ਖਰਾਬੀਆਂ ਜਿਹੜੀਆਂ ਨੇ ਉਹ ਜਦੋਂ ਇੰਟਰਨੈਸ਼ਨਲ ਏਜੰਡੇ ਦੇ ਰਸਤੇ ਦੇ ਵਿੱਚ ਰੁਕਾਵਟਾਂ ਪੈਦਾ ਹੋਣਗੀਆਂ ਅਤੇ ਉਹ ਫਿਰ ਆਪੇ ਸੰਭਾਲ ਲੈਣਗੇ ਸਾਰਾ ਨਿਜ਼ਾਮ। ਅਤੇ ਸਾਨੂੰ ਉਹਦੇ ਤੋਂ ਬਚਣਾ, ਸਾਨੂੰ ਆਪਣੀ ਖੁਦ ਮੁਖਤਾਰੀ, ਸਾਨੂੰ ਆਪਣੀ ਆਜ਼ਾਦੀ ਔਰ ਆਪਣੇ ਜਿਹੜੇ ਇਖਤਿਆਰ ਹੈ ਇਹਦਾ ਤਹੱਫੁਜ਼ ਵੀ ਕਰਨਾ ਹੈ। ਸਿਰਫ ਇਹ ਨਹੀਂ ਹੁੰਦਾ ਕਿ ਤੁਸੀਂ ਹਲਫ ਚੁੱਕ ਲਿਆ, ਹਕੂਮਤ ਬਣਾ ਲਈਏ, ਗੱਡੀਆਂ ਦੇ ਉੱਤੇ ਤੁਸੀਂ ਸੈਰਾਂ ਕਰਨ ਡਏ ਜੇ, ਮੌਜਾਂ ਕਰਨ ਡਏ ਜੇ, ਇੱਧਰ ਜਾਂਦੇ ਜੇ ਜਹਾਜ਼ 'ਤੇ, ਉੱਧਰ ਜਾਂਦੇ ਜੇ, ਔਰ ਤੁਹਾਡੇ ਨਾਲ ਇੱਕ ਲਸ਼ਕਰ ਹੁੰਦਾ ਵੇ ਵਜ਼ੀਰਾਂ ਦਾ, ਮਸ਼ੀਰਾਂ ਦਾ, ਬਿਊਰੋਕਰੇਟਸ ਦਾ ਅਤੇ ਤੁਹਾਡੇ ਸਾਥੀਆਂ ਦਾ। ਇਸ ਤਰ੍ਹਾਂ ਖਾਲੀ ਨਹੀਂ ਹੁੰਦੀ ਹੁਕੂਮਤ। ਹੁਕੂਮਤ ਮੌਸਰ ਫੈਸਲਾ ਸਾਜ਼ੀ ਦਾ ਅਮਲ ਹੈਗਾ ਵੇ। ਅਤੇ ਚੀਨ ਜਾ ਕੇ ਅਗਰ ਅਸੀਂ ਉਹਨਾਂ ਦੀ ਤਸੱਲੀ ਨਾ ਕਰਾ ਸਕੀਏ, ਅਗਰ ਉਹਨਾਂ ਦੇ ਜੋ ਖਦਸ਼ਾਤ ਨੇ ਉਹ ਦੂਰ ਨਾ ਕਰ ਸਕੇ, ਔਰ ਉਹ ਖਦਸ਼ਾਤ ਦੂਰ ਕਰਨ ਦਾ ਕੋਈ ਇਹੋ ਜਿਹਾ ਮੈਕਨਿਜ਼ਮ ਅਸੀਂ ਨਾ ਬਣਾ ਸਕੇ ਜਿਹਦੇ ਵਿੱਚ ਪਾਕਿਸਤਾਨ ਦਾ ਵੀ ਮੁਫਾਦ ਹੋਵੇ ਔਰ ਚੀਨ ਦਾ ਵੀ ਹੋਵੇ ਮੁਸ਼ਤਰਕਾ, ਅਤੇ ਫਿਰ ਮੇਰਾ ਖਿਆਲ ਹੈ ਕਿ ਇਹ ਦੌਰੇ ਜਿਹੜੇ ਨੇ ਔਰ ਇਹਨਾਂ ਦੌਰਿਆਂ ਦੇ ਉੱਤੇ ਉੱਠਣ ਵਾਲੇ ਜਿਹੜੇ ਅਖਰਾਜਾਤ ਨੇ ਇਹ ਜ਼ਾਇਆ ਚਲੇ ਜਾਣਗੇ। ਅਤੇ ਇਹ ਜਨਾਬ ਚੀਨ ਦੇ ਦੌਰੇ ਦੇ ਹਵਾਲੇ ਨਾਲ ਪ੍ਰਾਈਮ ਮਿਨਿਸਟਰ ਦਾ ਅੱਜ ਪਹਿਲਾ ਦਿਨ ਸੀ ਅਤੇ ਅਸੀਂ ਕਿਹਾ ਥੋੜ੍ਹੀ ਕਮੈਂਟ ਕਰ ਲਈਏ, ਔਰ ਕੋਸ਼ਿਸ਼ ਕਰਾਂਗਾ ਕਿ ਜਲਦੀ ਮੈਂ ਇੰਡੀਆ ਦੇ ਇਲੈਕਸ਼ਨਸ ਦੇ ਹਵਾਲੇ ਨਾਲ ਵੀ ਇੱਕ ਵੀਲੌਗ ਕਰਾਂ। ਉੱਥੇ ਸੂਰਤ ਹਾਲ ਤਬਦੀਲ ਹੋਈ ਹੈ, ਜਿਹੜੀ ਪਹਿਲੀ ਦੱਸੀ ਜਾ ਰਹੀ ਸੀ, ਐਗਜ਼ਿਟ ਪੋਲ ਦੱਸ ਰਹੇ ਸੀ, ਉਹ ਕੁਝ ਹੋਰ ਸੀ, ਹੁਣ ਕੁਝ ਹੋਰ ਸੂਰਤ ਹਾਲ ਹੋ ਗਈ। ਅਗਰਚੇ BJP ਜਿੱਤ ਗਈ ਅਤੇ ਲੇਕਿਨ ਉਹਦੇ ਵਾਸਤੇ ਆਸਾਨੀ ਨਹੀਂ ਰਹੇਗੀ। ਅਤੇ ਜੀਂਦੇ ਰਹੋ ਜਨਾਬ, ਵਸਦੇ ਰਹੋ, ਖੁਸ਼ ਰਹੋ। ਅੱਲਾ ਵੇਲੀ।